ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਵਾਸਤੇ ਇੱਕ ਜਿਹੜੀ ਸਵੇਰ ਵਿਦੇਸ਼ਾਂ ਵਿੱਚ ਚੜ੍ਹਦੀ ਏ ਤੇ ਸ਼ਾਮ ਪੈਂਦੀ ਏ ਉਸ ਦੀ ਕਰਦਾ ਗੱਲ। ਉੱਥੇ ਕਿਵੇਂ ਸਾਡੇ ਬੱਚੇ ਜਿਹੜੇ ਨੇ ਕਿਸ ਤਰ੍ਹਾਂ ਦੀ ਪਾਬੰਦੀ ਦਾ ਸ਼ਿਕਾਰ ਨੇ ਜਾਂ ਪਾਬੰਦੀ ਦੇ ਵਿੱਚ ਜਾਂ ਦਾਇਰਿਆਂ ਦੇ ਵਿੱਚ ਘੁੰਮ ਕੇ ਰਹਿ ਜਾਂਦੇ ਨੇ, ਘੁੰਮਣ ਘੇਰ ਵਿੱਚ ਫਸ ਜਾਂਦੇ ਨੇ। ਇਹ ਗੱਲਾਂ ਜਿਹੜੀਆਂ ਹਿੰਦੁਸਤਾਨ ਤੋਂ ਚੱਲੀਆਂ, ਭਾਰਤ ਤੋਂ ਚੱਲੀਆਂ, ਪੰਜਾਬ ਤੋਂ ਚੱਲੀਆਂ ਜਾਂ ਦੇਸ਼ ਦੇ ਕਿਸੇ ਵੀ ਖਿੱਤੇ ਤੋਂ ਚੱਲੀਆਂ, ਇਹਦੇ ਉੱਤੇ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਅਮਰੀਕਾ ਦੇ ਵਿੱਚ ਜਿਹੜਾ ਹੁਣੇ ਇੱਕ ਖਬਰ ਆਈ ਹੈ, ਬੜੀ ਮੰਦਭਾਗੀ ਖਬਰ ਆਈ ਹੈ ਕਿ ਇੱਕ ਬੇਟੀ ਨੇ ਸੁਸਾਈਡ ਕਰ ਲਈ ਔਰ ਉਹਦੀਆਂ 2 ਬੇਟੀਆਂ ਸੀ। ਕਾਰਨ ਸੀਗਾ ਕਿ 2 ਬੇਟੀਆਂ ਨੇ। ਇਹ ਕਾਰਨ ਜਿਹੜਾ ਹੈ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸਾਡੇ ਨਾਲ ਗੈਸਟ ਡਾਕਟਰ ਕਨੂ ਸ਼ਰਮਾ, ਨਾਲ ਉਹਨਾਂ ਦੇ ਸਹਿਯੋਗੀ। ਗੁੱਡ ਆਫਟਰਨੂਨ ਕਵਾਂ ਤੇ ਵੈਲਕਮ ਕਵਾਂ ਤੁਹਾਨੂੰ ਚੈਨਲ ਤੇ। ਪਲੀਜ਼ ਸੇ ਐਂਡ ਐਕਸਪਲੇਨ ਅਬਾਊਟ ਦਿਸ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਸ਼ੁਰੂ ਤੋਂ ਸਾਡਾ YouTube ਚੈਨਲ ਸਰ ਦਾ ਦੇਖਦੇ ਆ ਰਹੇ ਆ। ਤੇ ਅੱਜ ਫੇਰ ਮੌਕਾ ਮਿਲਿਆ ਕਿ ਅਸੀਂ ਇੱਕ ਮਹਿਲਾ ਹੋਣ ਦੇ ਨਾਤੇ ਜਾਂ ਕਹਿ ਲਓ ਸੋਸ਼ਲ ਐਕਟਿਵਿਸਟ ਹੋਣ ਦੇ ਨਾਤੇ, ਹਿਊਮਨ ਰਾਈਟਸ ਦੇ ਲਾਇਰ ਹੋਣ ਦੇ ਨਾਤੇ, ਜੁਆਇੰਟ ਸੈਕਟਰੀ ਰਿਪਰੈਜ਼ੈਂਟਿੰਗ ਵੂਮਨ ਇਨ ਹਾਈ ਕੋਰਟ ਹੋਣ ਦੇ ਨਾਤੇ ਜਿਹੜਾ ਹੈ ਅੱਜ ਇਸ ਮੁੱਦੇ ਤੇ ਗੱਲ ਕਰੀਏ ਅਗੇਨ, ਜੋ ਕਿ ਵੂਮਨ ਰਿਲੇਟਡ ਹੈ। ਦੇਖੋ, ਬੜੀ ਕਲੀਸ਼ੇ ਇਹ ਟੌਪਿਕ ਹੈ ਕਿ ਅਸੀਂ ਕਹਿੰਦੇ ਆ ਲਓ ਅੱਜ ਦੇ ਜ਼ਮਾਨੇ 'ਚ 21st ਸੈਂਚੁਰੀ 'ਚ ਇੱਦਾਂ ਹੋ ਹੀ ਨਹੀਂ ਸਕਦਾ ਜੀ। ਅੱਜ ਕੱਲ੍ਹ ਤਾਂ ਕੁੜੀਆਂ ਕਿੱਥੇ ਅੱਗੇ ਵੱਧ ਗਈਆਂ। ਬੜੀ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਕਿ ਨਹੀਂ, ਇਹ ਸੱਚ ਨਹੀਂ ਹੈ। ਅਗੇਨ ਕੱਲ੍ਹ ਦਾ ਜਿਹੜਾ ਇੰਸੀਡੈਂਟ ਅਮਰੀਕਾ ਦੇ ਵਿੱਚ ਹੋਇਆ, ਇੱਕ ਐਡਵਾਂਸਡ ਕੰਟਰੀ ਦੇ ਵਿੱਚ ਇੱਕ ਜਿਹੜਾ ਇੰਸੀਡੈਂਟ ਇਹ ਹੋਇਆ, ਉਹ ਬੜਾ ਹੀ ਦੁਖਦਾਈ ਸੀ। ਇਹ ਬੜਾ ਮਤਲਬ ਸਾਨੂੰ ਜਿਹੜਾ ਹੈ ਮਨ ਨੂੰ ਜਿਹੜਾ ਹੈ ਨਿਚੋੜਨ ਵਾਲਾ ਇੰਸੀਡੈਂਟ ਹੈ। ਦੇਖੋ, 8 ਸਾਲ ਕਿਸੇ ਲੇਡੀ ਦੀ ਮੈਰਿਜ ਨੂੰ ਹੋ ਜਾਣ, ਫਿਰ ਵੀ ਉਹਨੂੰ ਘਰ ਦੇ ਵਿੱਚ ਸੈਟਲ ਨਹੀਂ ਹੋਣ ਦਿੱਤਾ ਜਾ ਰਿਹਾ। ਇੱਕ ਲੇਡੀ ਦਾ ਲੋਕ ਇੱਥੇ ਕਹਿੰਦੇ ਆ ਕਿ ਜੀ ਸੈਟਲ ਡਾਊਨ ਹੋਣਾ ਹੁੰਦਾ ਹੈ ਕਿ ਮੈਰਿਜ ਹੋ ਜਾਣਾ, ਬਟ ਈਵਨ ਆਫਟਰ 8 ਈਅਰਸ ਜਿਹੜਾ ਹੈ ਉਹ ਲੇਡੀ ਆਪਣੇ ਘਰ ਦੇ ਵਿੱਚ ਸੈਟਲ ਨਹੀਂ ਹੋ ਪਾਈ ਬਿਕੋਜ਼ ਉਹਦੇ ਇਨ-ਲॉज ਨੇ, ਉਹਦੇ ਹਸਬੈਂਡ ਨੇ ਉਹਨੂੰ ਸਪੋਰਟ ਕਰਨ ਦੀ ਜਗ੍ਹਾ ਤੇ ਇੱਕ ਐਸੇ ਇਸ਼ੂ ਦੇ ਉੱਤੇ ਜਿਹੜਾ ਹੈ ਉਹਦਾ ਹਰਾਸਮੈਂਟ ਕੀਤਾ, ਇੰਨਾ ਹਰਾਸਮੈਂਟ ਕੀਤਾ, ਇੰਨੀ ਕਰੂਅਲਟੀ ਕੀਤੀ ਉਹਦੇ ਨਾਲ ਕਿ ਉਹਨੂੰ ਜਿਹੜਾ ਸ਼ੀ ਵਾਸ ਫੋਰਸਡ ਟੂ ਟੇਕ ਹਰ ਲਾਈਫ। ਸੁਸਾਈਡ ਕਮਿਟ ਜਿਹੜਾ ਉਹਨਾਂ ਨੇ ਕੀਤਾ ਹੈ, ਅਬੈਟਮੈਂਟ ਟੂ ਸੁਸਾਈਡ ਹੈ ਇਹ ਕਲੀਅਰ ਕੱਟ ਕੇਸ। ਦੂਸਰੀ ਗੱਲ ਕਰੂਅਲਟੀ, ਹਰਾਸਮੈਂਟ, ਡਾਊਰੀ ਰਿਲੇਟਡ ਹਰਾਸਮੈਂਟ ਐਂਡ ਹਰਾਸਮੈਂਟ ਰਿਲੇਟਡ ਟੂ ਗਿਵਿੰਗ ਬਰਥ ਟੂ 2 ਡਾਟਰਸ। ਦੇਖੋ, ਮੇਨ ਇਸ਼ੂ ਜਿਹੜਾ ਹੈ ਆਪਾਂ ਕਹਿੰਦੇ ਆ ਫੀਮੇਲ ਫੀਟੀਸਾਈਡ ਖਤਮ ਹੁੰਦਾ ਜਾ ਰਿਹਾ ਹੈ, ਔਰਤ ਜਿਹੜਾ ਅੱਗੇ ਵੱਧਦੀ ਜਾ ਰਹੀ ਹੈ। ਅੱਜ ਕੱਲ੍ਹ ਜੱਜਿਸ ਦੀ ਇੰਨੀ ਰੈਪਰੈਜ਼ੈਂਟੇਸ਼ਨ ਹੋ ਗਈ ਹੈ, ਬਾਰ ਕਾਊਂਸਲ ਦੇ ਵਿੱਚ ਸਾਡੀ ਲੇਡੀਜ਼ ਇੰਨਾ ਆ ਗਈਆਂ। ਦੇਖੋ, ਬਾਰ ਐਸੋਸੀਏਸ਼ਨ ਦੇ ਵਿੱਚ ਲੇਡੀਜ਼ ਆਰ ਕਮਿੰਗ ਅਪ ਫॉर ਦੀ ਪੋਸਟ। ਲੇਕਿਨ ਗਰਾਊਂਡ ਰਿਐਲਿਟੀ, ਜਿਹੜੀ ਸਟਾਕ ਗਰਾਊਂਡ ਰਿਐਲਿਟੀ, ਉਹ ਅੱਜ ਵੀ ਇਹੀ ਹੈ ਕਿ ਕੋਈ ਵੀ ਆਪਣੇ ਘਰ ਦੇ ਵਿੱਚ ਕੁੜੀਆਂ ਦੇ ਨਾਲ ਮੁੰਡੇ ਜ਼ਰੂਰ ਚਾਹੁੰਦੇ, ਉਹ ਨਹੀਂ ਚਾਹੁੰਦੇ ਕਿ ਸਾਡੇ ਘਰ 'ਚ 2 ਡਾਟਰਸ ਹੋਣ। ਸਿਰਫ ਕਿ ਲੈਗੇਸੀ ਨੂੰ ਕੰਟੀਨਿਊ ਕਰਨਾ ਸਿਰਫ ਸਨ ਦਾ ਕੰਮ ਹੈ ਕਿ ਡਾਟਰ ਜਿਹੜਾ ਹੈ ਇਕੁਅਲ ਕੋਪਾਰਸਨਰ ਅਸੀਂ ਬਣਾਤੀ ਹੈ ਸੈਕਸ਼ਨ 6 ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਕਿ ਡਾਟਰ ਜਿਹੜਾ ਹੈ ਆਪਣੇ ਫੈਮਿਲੀ ਦੀ ਲੈਗੇਸੀ ਨੂੰ ਅੱਗੇ ਨਹੀਂ ਚਲਾ ਸਕਦੀ, ਉਹ ਜ਼ਮੀਨਾਂ ਦੀ ਮਾਲਕ ਨਹੀਂ ਬਣ ਸਕਦੀ, ਉਹ ਫੈਮਿਲੀ ਦਾ ਨਾਮ ਅੱਗੇ ਨਹੀਂ ਚਲਾ ਸਕਦੀ। ਸਭ ਤੋਂ ਵੱਡਾ ਐਗਜ਼ਾਮਪਲ ਮੈਂ ਖੁਦ ਤੁਹਾਡੇ ਸਾਹਮਣੇ ਖੜੀ ਹਾਂ। ਲੋਮਸ ਜਿਹੜੀ ਸਾਡੀ ਫੈਮਿਲੀ ਹੈ ਉਹਦਾ ਨਾਮ ਮੈਂ ਅੱਗੇ ਰੋਸ਼ਨ ਕਰ ਰਹੀ ਹਾਂ। ਆਈ ਐਮ ਟੇਕਿੰਗ ਦੀ ਲੈਗੇਸੀ ਫਾਰਵਰਡ ਆਫ ਮਾਈ ਫਾਦਰ who got retired from ਪੰਜਾਬ ਜੁਡੀਸ਼ਰੀ। ਸਾਡੇ ਘਰ 'ਚ ਵੀ ਲੈਗੇਸੀ ਨੂੰ ਅੱਗੇ ਫਾਰਵਰਡ ਕਰਨਾ ਸੀ, ਬਟ ਮੇਰੇ ਪੇਰੈਂਟਸ ਨੇ ਮੈਨੂੰ ਫੁੱਲ ਸਪੋਰਟ ਦਿੱਤੀ। ਆਈ ਐਮ ਦੀ ਟਾਰਚ ਬੀਅਰਰ ਆਫ ਮਾਈ ਫੈਮਿਲੀ ਥਰੂ ਆਊਟ ਦਿਸ ਫੈਮਿਲੀ ਆਫ ਪੰਜਾਬ ਹਰਿਆਣਾ ਹਾਈ ਕੋਰਟ। ਲੇਕਿਨ ਕੁਛ ਘਰਾਂ 'ਚ ਹਜੇ ਵੀ ਐਜੂਕੇਟਿਡ ਹੋਣ ਦੇ ਨਾਲ ਕਹਿੰਦੇ ਲਿਟਰੇਸੀ ਇਜ਼ ਨਾਟ ਇਨਫ, ਯੂ ਹੈਵ ਟੂ ਬੀ ਐਜੂਕੇਟਿਡ ਇਨਫ ਟੂ ਨੋ ਦੀ ਰਾਈਟਸ ਆਫ ਅ ਵੂਮਨ। ਤੁਸੀਂ ਇੱਕ ਲੇਡੀ ਨੂੰ ਹਰਾਸ ਕੀਤਾ, ਉਹਦੇ ਮੌਲਿਕ ਅਧਿਕਾਰ, ਉਹਦੇ ਮਾਨਵ ਅਧਿਕਾਰ, ਉਹਦੇ ਹਿਊਮਨ ਰਾਈਟਸ ਨੂੰ ਵਾਇਲੇਟ ਕਰਦੇ ਹੋਏ ਉਹਦੇ ਨਾਲ ਕਰੂਅਲਟੀ ਕੀਤੀ, ਹਰਾਸਮੈਂਟ ਕੀਤੀ, ਤੇ ਅੱਜ ਦੇਖੋ ਕਿੱਥੇ ਅਸੀਂ ਪਹੁੰਚ ਗਏ ਹਾਂ ਕਿ ਸਾਡੇ ਘਰ ਦੀਆਂ ਧੀਆਂ ਜਿਹੜੀਆਂ ਬਾਹਰ ਜਾ ਕੇ ਵੀ ਸੁਰੱਖਿਅਤ ਨਹੀਂ ਹੈ। ਅਸੀਂ ਬਾਰ-ਬਾਰ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬ ਸੂਬੇ ਦੀ ਗੱਲ ਕਰਦੇ ਹਾਂ। ਮੈਂ ਤਾਂ ਕਹਿੰਦੀ ਹਾਂ ਜੀ ਅਮਰੀਕਾ 'ਚ ਵੀ ਸਾਡੀ ਧੀ ਜਿਹੜੀ ਹੈ ਉਹ ਸੇਫ ਨਹੀਂ ਹੈ, ਕਿਉਂਕਿ ਪ੍ਰੋਬਲਮ ਕਿਸੇ ਲਾਅ ਦੇ ਵਿੱਚ नहीं है, प्रॉब्लम विधि विभाग में नहीं है, प्रॉब्लम किसी कंट्री में नहीं है, डेवलप्ड नेशन, अंडर डेवलप्ड नेशन, डेवलपिंग कंट्री, नथिंग। प्रॉब्लम इज इन दी माइंड सेट, प्रॉब्लम इज विद इन यू, प्रॉब्लम इज विद इन दी फ्रेमवर्क ऑफ माइंड ऑफ अ मैन, अ हस्बैंड
ਜਿਹੜਾ ਕਿ ਆਪਣੀ ਵਾਈਫ ਨੂੰ ਸਪੋਰਟ ਨਾ ਕਰ ਪਾਇਆ, ਆਪਣੀ ਡਾਟਰਸ ਨੂੰ ਵੱਧਦੇ ਖੇਡਦੇ ਨਾ ਦੇਖ ਪਾਇਆ, ਤੇ ਉਹਦੀ ਮਦਰ ਨੂੰ ਇੰਨਾ ਫੋਰਸ ਕੀਤਾ ਕਿ ਉਹਨੇ ਸੁਸਾਈਡ ਕਮਿਟ ਕਰ ਲਿਆ। ਛੋਟੇ ਬੱਚਿਆਂ ਤੋਂ ਮਾਂ ਖੋਲੀ। ਬਿਲਕੁਲ। ਤੇ ਕਿੱਦਾਂ ਮਤਲਬ ਤੁਸੀਂ ਦੇਖੋ ਕਿ ਇੱਕ ਹਸਬੈਂਡ, ਇੱਕ ਫਾਦਰ ਆਪਣੇ ਬੱਚਿਆਂ ਨਾਲ ਐਵੇਂ ਕਰ ਸਕਦਾ, ਆਪਣੀ ਵਾਈਫ ਨਾਲ ਇੰਨਾ ਧੱਕਾ ਕਰ ਸਕਦਾ ਹੈ। ਤੇ ਅੱਜ ਦੀ ਡੇਟ ਦੇ ਵਿੱਚ ਉਹ 498A ਜਿਹੜਾ ਅਸੀਂ ਇੰਡੀਆ ਦੇ ਵਿੱਚ ਲਾਅ ਅਪਲਾਈ ਕਰਦੇ ਹਾਂ ਕਿ ਕੀ ਉਹਦੀ ਕੋਈ ਜਿਹੜੀ ਹੈ ਉਹ ਮਾਨਿਅਤਾ ਉੱਥੇ ਨਹੀਂ ਹੈ ਦੈਟ ਸ਼ੀ ਇਜ਼ ਐਨ ਇੰਡੀਅਨ ਓਰੀਜਨ ਵੂਮਨ ਐਂਡ ਉਹਦੇ ਪੇਰੈਂਟਸ ਇੱਥੇ ਸਟੇ ਕਰ ਰਹੇ ਆ, ਕਿ ਉਹ ਕੋਈ ਕਾਰਵਾਈ ਨਹੀਂ ਕਰ ਸਕਦੇ। ਇਹ ਬਹੁਤ ਵੱਡਾ ਮੁੱਦਾ ਹੈ ਜੀ। ਅਸੀਂ ਇਹ ਦੇਖਣਾ ਹੈ ਕਿ ਕਿੱਦਾਂ ਹੁਣ ਜਿਹੜੀ ਲਾਅ ਇਨਫੋਰਸਮੈਂਟ ਏਜੰਸੀਜ਼ ਆ ਉੱਥੇ ਕਿੱਦਾਂ ਕੰਮ ਕਰਦੀਆਂ, ਤੇ ਕਿਵੇਂ ਸਾਡਾ ਇੰਡੀਅਨ ਲਾਅ ਇਸ ਨੂੰ ਇੱਕ ਐਗਜ਼ਾਮਪਲ ਸੈੱਟ ਕਰਕੇ ਜਿਹੜਾ ਹੈ ਆਪਣੇ ਇੱਥੇ ਦੀਆਂ ਧੀਆਂ ਨੂੰ ਵੀ ਜਿਹੜਾ ਹੈ ਬ੍ਰੇਨ ਡਰੇਨ, ਜਿੱਦਾਂ ਆਪਾਂ ਕਹਿੰਦੇ ਵੀ ਬਾਹਰ ਚਲੀਆਂ ਜਾਂਦੀਆਂ ਸੋਚਦੀਆਂ ਅਸੀਂ ਸੈਟਲ ਹੋ ਜਾਵਾਂਗੇ, ਹਸਬੈਂਡ ਸਾਨੂੰ ਸਪੋਰਟ ਕਰਦੇ, ਤੇ ਕਿੱਦਾਂ ਬਾਹਰ ਜਾ ਕੇ ਉਹਨਾਂ ਦੀ ਮੌਤ ਹੋ ਰਹੀ ਹੈ। ਇਹ ਤਾਂ ਜੀ ਬੜੀ ਮਤਲਬ ਐਸੀ ਰਿਐਲਿਟੀ ਹੈ। ਮੈਨੂੰ ਲੱਗਦਾ ਹੈ ਕਿ ਜੱਜਿਸ ਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ, ਕੁਝ ਇਹੋ ਜਿਹੀ ਸਟੇਟਮੈਂਟਸ ਆਪਣੇ 498A ਕੇਸਿਸ 'ਚ ਦੇਣੀ ਚਾਹੀਦੀ ਹੈ। ਤੇ ਮੈਨੂੰ ਲੱਗਦਾ ਲਾਅ ਇਨਫੋਰਸਮੈਂਟ ਏਜੰਸੀ ਇੱਥੇ ਦੀਆਂ ਤੇ ਬਾਹਰਲੀਆਂ ਨੂੰ ਵੀ ਕੰਮ ਕਰਨਾ ਚਾਹੀਦਾ ਕਿ ਕਿਵੇਂ ਇੰਡੀਅਨ ਓਰੀਜਨ ਦੇ ਪੇਰੈਂਟਸ ਇਹਦੇ ਵਿੱਚ ਇਸ ਕੇਸ ਨੂੰ ਅੱਗੇ ਫਾਰਵਰਡ ਕਰ ਸਕਣ ਤੇ ਉਹਨਾਂ ਨੂੰ ਇਨਸਾਫ ਮਿਲੇ ਇਸ ਕੇਸ ਦੇ ਵਿੱਚ। ਇੱਕ ਛੋਟਾ ਜਿਹਾ ਸਵਾਲ ਤੁਹਾਡੇ ਲਈ ਜੀ। ਵਿਚਾਰ ਗੋਚਰੇ ਕਿ ਸਿਰਫ ਜਨਮ ਦੇ ਵਾਸਤੇ ਮਾਂ ਹੀ ਦੋਸ਼ੀ ਹੈ, ਪਿਓ ਦਾ ਕੋਈ ਦੋਸ਼ ਨਹੀਂ? ਦੇਖੋ ਮੈਡੀਕਲੀ ਜਿਹੜਾ ਹੈ ਇਹ ਪ੍ਰੂਵ ਹੋ ਚੁੱਕਾ ਹੈ ਕਿ ਇਟ ਇਜ਼ ਨਾਟ ਓਨਲੀ ਦੀ ਫਾਲਟ ਆਫ ਦੀ ਵਾਈਫ। ਹਸਬੈਂਡ ਦਾ ਜਿਹੜਾ ਇਕੁਅਲੀ ਜੈਨੇਟਿਕ ਇਹਦੇ 'ਚ ਇਨਵੋਲਵਮੈਂਟ ਹੈਗੀ ਹੈ ਉਹ ਇਕੁਅਲ ਹੈਗੀ ਹੈ ਜੀ। ਲੇਕਿਨ ਉਹੀ ਗੱਲ ਹੈ, ਅੱਜ ਕੱਲ੍ਹ ਦਾ ਸਮਾਜ ਸਾਡਾ ਉਹੀ ਪੁਰਾਣੀ ਜਿਹੜਾ ਹੈ ਰੀਤਾਂ ਨੂੰ ਫੋਲੋ ਕਰ ਰਿਹਾ, ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਲੇਡੀ ਹੀ ਰਿਸਪੌਂਸਿਬਲ ਹੈ ਫॉर ਗਿਵਿੰਗ ਬਰਥ ਟੂ ਅ ਡਾਟਰ। ਦੇਖੋ ਅੱਜ ਕਹਿੰਦੇ ਅਸੀਂ ਦੇਵੀ ਦੀ ਪੂਜਾ ਕਰਦੇ ਹਾਂ, ਸ਼ਕਤੀ ਨੂੰ ਮੰਨਦੇ ਹਾਂ, ਪਰ ਗੁਰਬਾਣੀ ਦੇ ਵਿੱਚ ਦੇਖੋ ਕਿੰਨਾ ਉੱਚਾ ਜਿਹੜਾ ਹੈ ਦਰਜਾ ਇੱਕ ਔਰਤ ਨੂੰ ਦਿੱਤਾ ਗਿਆ ਹੈ। ਲੇਕਿਨ ਇਹੋ ਜਿਹਾ ਇਨਸੀਡੈਂਟ ਜਿਹੜਾ ਹੈ ਪ੍ਰੂਵ ਕਰਦਾ ਹੈ ਕਿ ਲੋਕ ਸਿਰਫ ਗੁਰਬਾਣੀ ਪੜ੍ਹਦੇ ਹੈ ਬਟ ਉਹਨਾਂ ਦੀ ਜਿਹੜੀ ਸੇਇੰਗਸ ਹੈ, ਟੀਚਿੰਗਸ ਹੈ, ਉਹਨੂੰ ਐਗਜ਼ੀਕਿਊਟ ਨਹੀਂ ਕਰ ਪਾਉਂਦੇ। ਸ਼ਾਇਦ ਕਿਤੇ ਉਹ ਸਿਰਫ ਇੱਕ ਤਾਰੀਫ ਕਰ ਸਕਦੇ ਆ ਇੱਕ ਔਰਤ ਦੀ, ਆਪਣੀ ਮਾਂ ਦੀ, ਆਪਣੀ ਭਾਬੀ ਦੀ, ਲੇਕਿਨ ਆਪਣੀ ਵਾਈਫ ਦੀ ਤੇ ਆਪਣੀ ਡਾਟਰ ਦੀ ਉਨੀ ਰਿਸਪੈਕਟ ਨਹੀਂ ਕਰ ਪਾਉਂਦੇ ਜਿੰਨੀ ਉਹਨਾਂ ਨੂੰ ਕਰਨੀ ਚਾਹੀਦੀ ਹੈ। ਤੇ ਔਰਤ ਦਾ ਜਿਹੜਾ ਇਹ ਅਪਮਾਨ ਹੁੰਦਾ ਹੈ ਡੇਲੀ, ਉਹਦੇ ਤੇ ਹੀ ਮੈਂ ਪਿਛਲੀ ਵਾਰ ਆਪਣੀ ਵੀਡੀਓ ਤੇ ਗੱਲ ਕੀਤੀ ਸੀ ਨੂਪੁਰ ਸ਼ਰਮਾ ਵਾਲੀ, ਤੇ ਅੱਜ ਵੀ ਮੈਂ ਉਸੇ ਅਪਮਾਨ ਬਾਰੇ ਜਿਹੜਾ ਹੈ ਗੱਲ ਕਰਨਾ ਚਾਹੂੰਗੀ ਕਿ ਕਿੱਦਾਂ ਡੇਲੀ ਬੇਸਿਸ ਤੇ ਲੇਡੀਜ਼ ਨੂੰ ਪਤਾ ਨਹੀਂ ਕਿੰਨੇ ਇਹੋ ਜਿਹੇ ਘਰ ਹੋਣਗੇ, ਕਿੰਨੇ ਇਹੋ ਜਿਹੇ ਮੈਟਰੀਮੋਨੀਅਲ ਹੋਮਸ ਹੋਣਗੇ ਜਿਹੜੇ ਟੁੱਟਦੇ ਹੋਣਗੇ ਇਸ ਉਹਦੇ ਤੇ ਇਸ ਲੇਡੀ ਨੇ ਜਿਹੜੀ ਸਭ ਤੋਂ ਵੱਡੀ ਗਲਤੀ ਕੀਤੀ ਕਿ ਬਈ ਉਹਨੂੰ ਸੈਕਿੰਡ ਚਾਂਸ ਦੇਣ ਦਾ। ਮੈਂ ਲੇਟੈਸਟ ਇੱਕ ਸਟੋਰੀ ਸੁਣੀ ਹੈ ਕਿ ਕਹਿੰਦੇ ਆ ਜਿਹਨੇ ਉਹਨੂੰ ਡੰਗ ਮਾਰਨਾ ਉਹਨੇ ਚਾਹੇ ਉਹਨੂੰ 10 ਵਾਰ ਤੁਸੀਂ ਚਾਂਸ ਦੇ ਲਓ, ਉਹਨੇ ਤੁਹਾਨੂੰ ਡੰਗ ਮਾਰ ਕੇ ਹੀ ਹਟਣਾ। ਉਹ ਸ਼ਾਇਦ ਉਹ ਜਿਹੜੀ ਸਟੋਰੀ ਹੈ ਜਿਹੜੀ ਅਸੀਂ ਸੁਣੀ ਹੋਈ ਹੈ ਉਹ ਇਸ ਕੇਸ ਦੇ ਵਿੱਚ ਪੂਰੀ ਅਪਲਾਈ ਹੁੰਦੀ ਹੈ ਕਿ ਉਹਨੂੰ ਸੈਕਿੰਡ ਚਾਂਸ ਦੇਣਾ ਹੀ ਉਹਦੀ ਆਪਣੀ ਲਾਈਫ ਲਈ ਡੇਂਜਰ ਬਣ ਗਿਆ। ਸੋ ਕੋਈ ਵੀ ਲਾਅ ਕਹਿੰਦੇ ਤੁਹਾਨੂੰ ਨਹੀਂ ਬਚਾ ਸਕਦਾ, ਕੋਈ ਵੀ ਜਿਹੜੀ ਹੈ ਬਾਹਰਲੀ ਏਜੰਸੀ ਤੁਹਾਨੂੰ ਨਹੀਂ ਬਚਾ ਸਕਦੀ ਅਨਲੈਸ ਅੰਟਿਲ ਤੁਸੀਂ ਆਪਣੇ ਲਈ ਸਟੈਂਡ ਨਹੀਂ ਲੈਂਦੇ। ਸੋ ਸਾਡੀ ਲੇਡੀਜ਼ ਨੂੰ ਵੀ ਚਾਹੀਦਾ ਹੈ ਕਿ ਪ੍ਰੋਪਰ ਟਾਈਮ ਤੇ ਇੱਕ ਸਟੈਂਡ ਲੈਣਾ ਜਿਹੜਾ ਹੈ ਅਗੇਂਸਟ ਸੱਚ ਹਸਬੈਂਡਸ ਔਰ ਰਿਲੇਟਿਵਸ ਆਫ ਦੀ ਹਸਬੈਂਡ, ਉਹ ਲੈਣਾ ਬਹੁਤ ਜ਼ਰੂਰੀ ਹੈ। ਜਦ ਤੱਕ ਤੁਸੀਂ ਆਪਣੇ ਲਈ ਸਟੈਂਡ ਨਹੀਂ ਲਓਗੇ ਤਦ ਤੱਕ ਤੁਹਾਡੇ ਲਈ, ਔਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਤੁਸੀਂ ਬੈਠੇ ਹੋ, ਇੱਕ ਚੁਟਕੀ ਦੇ ਵਿੱਚ ਜਿਹੜਾ ਹੈ ਪੁਲਿਸ ਆ ਜਾਂਦੀ ਹੈ। ਤੁਹਾਨੂੰ ਬਹੁਤ ਜ਼ਿਆਦਾ ਸਤਰਕ ਹੋਣਾ ਚਾਹੀਦਾ ਸੀ। ਇੰਨੀ ਐਕਸਟਰਾ ਸੈਂਸਿਟੀਵਿਟੀ, ਅਲਟਰਾ ਸੈਂਸਿਟੀਵਿਟੀ ਇੱਕ ਲੇਡੀ ਨੂੰ ਨਹੀਂ ਦਿਖਾਣੀ ਚਾਹੀਦੀ ਵੈਨ ਯੂ ਆਰ ਮੈਰਿਡ ਟੂ ਸਮਵਨ। ਥੋੜੇ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਸਾਨੂੰ ਆਪਣੀ ਲਾਈਫ ਬਾਰੇ ਸੋਚਣਾ ਚਾਹੀਦਾ ਹੈ ਕਿ ਕਿੱਦਾਂ ਸਾਡੀ ਲਾਈਫ ਐਂਡ ਲਿਬਰਟੀ ਦੇ ਉੱਤੇ ਖਤਰਾ ਹੈ। ਤੁਸੀਂ ਇਹ ਨਹੀਂ ਸੋਚਦੇ ਜਿਵੇਂ ਅਸੀਂ ਹੁਣ ਗੱਲ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਪੁਲਿਸ ਬੜੀ ਸਤਰਕ ਹੈ ਔਰ ਸਾਰਾ ਸਿਸਟਮ ਜਿਹੜਾ ਬੜਾ ਐਕਟਿਵ ਹੈ, ਸਾਡੇ ਇੰਡੀਆ ਤੋਂ ਫਾਰ ਬੈਟਰ ਹੈ। ਉਸ ਬੇਟੀ ਨੂੰ ਸੁਸਾਈਡਲ ਸਟੈਪ ਲੈਣ ਦੀ ਬਜਾਏ ਉੱਥੋਂ ਦੀ ਪੁਲਿਸ ਨੂੰ ਕਾਲ ਕਰਕੇ ਜਿਹੜਾ 9111 ਹੈ ਉਹਨਾਂ ਦਾ ਨੰਬਰ, ਉਹਦੇ ਉੱਤੇ ਕਾਲ ਕਰਨਾ ਚਾਹੀਦਾ ਸੀ ਔਰ ਉਹਨੂੰ ਆਪਣੀ ਜਾਨ ਦੇਣ ਦੀ ਬਜਾਏ ਆਪਣੇ ਬੱਚਿਆਂ ਦਾ, ਛੋਟੇ ਛੋਟੇ ਬੱਚਿਆਂ ਦਾ, 6 ਸਾਲ ਦੀ ਬੱਚੀ ਤੇ 4 ਸਾਲ ਦੀ ਬੱਚੀ ਬਾਰੇ ਸੋਚਣਾ ਚਾਹੀਦਾ ਸੀ ਔਰ ਇਹਨਾਂ ਸਾਰਿਆਂ ਨੂੰ ਜੇਲ੍ਹ ਕਰਾਉਣੀ ਚਾਹੀਦੀ ਸੀ। ਪਹਿਲਾ ਸਵਾਲ। ਦੂਜਾ ਸਵਾਲ ਕਿ ਇਹਨਾਂ ਦਾ ਸੋਸ਼ਲ ਬਾਈਕਾਟ ਇਹੋ ਜਿਹੀਆਂ ਫੈਮਲੀਆਂ ਦਾ ਹੋਣਾ ਚਾਹੀਦਾ ਜਾਂ ਨਹੀਂ? ਇਹ ਦੋ ਆਨਸਰ ਜ਼ਰੂਰ ਕਰੋ। ਦੇਖੋ ਪਹਿਲੇ ਸਵਾਲ ਦਾ ਮੈਂ ਇਹ ਜਵਾਬ ਦਊਂਗੀ ਕਿ ਐਬਸੋਲੂਟਲੀ ਕਰੈਕਟ ਕਿ ਇਟ ਇਜ਼ ਅਗੇਨ ਦੀ ਕੁਐਸਚਨ ਆਫ ਮਾਈਂਡਸੈਟ। ਹੁਣ ਇਹ ਮਾਈਂਡਸੈਟ ਦੋਨੋਂ ਪਾਸਿਓਂ ਆਉਂਦਾ। ਇੱਕ ਪਾਸੇ ਮੈਂ ਪਹਿਲਾਂ ਗੱਲ ਕੀਤੀ ਕਿ ਹਸਬੈਂਡ ਦੀ ਫੈਮਿਲੀ ਦੇ ਮਾਈਂਡਸੈਟ ਇੱਦਾਂ ਦਾ ਹੈ ਕਿ ਵੀ ਸਾਨੂੰ ਡਾਟਰਸ ਨਹੀਂ ਚਾਹੀਦੀਆਂ, ਸਾਨੂੰ ਸਨ ਚਾਹੀਦੇ ਆ। ਪਹਿਲਾਂ ਤਾਂ ਇਹ ਪੈਰੈਂਟਿੰਗ ਦਾ ਸਭ ਤੋਂ ਵੱਡਾ ਫਾਲਟ ਹੈ ਸਾਡੇ ਜਿਹੜਾ ਸੁਸਾਇਟੀ ਦੇ ਵਿੱਚ। ਦੂਸਰਾ ਪੈਰੈਂਟਿੰਗ ਦਾ ਫਾਲਟ ਹੈ ਕਿ ਧੀਆਂ ਨੂੰ ਅਸੀਂ ਇਹ ਸਿਖਾਉਂਦੇ ਘਰ ਵਸਾਉਣਾ ਹੈ ਜੀ। ਜੇ ਡਿਵੋਰਸ ਲਓਗੇ, ਜੇ ਆਵਾਜ਼ ਚੱਕੋਗੇ, ਪੁਲਿਸ 'ਚ ਜਾਓਗੇ, ਥਾਣੇ 'ਚ ਜਾਓਗੇ, ਈਵਨ ਮੈਂ ਜੇ ਅੱਜ ਥਾਣੇ ਚਲੀ ਜਾਵਾਂ ਆਪਣੀ ਕਿਸੇ ਫਰੈਂਡ ਨਾਲ ਕੋਈ ਮੈਟਰ ਦੇ ਵਿੱਚ, ਤਾਂ ਉਹਨੂੰ ਵੀ ਗਲਤ ਦਿੱਤਾ ਜਾਂਦਾ ਵੀ ਤੁਸੀਂ ਭੜਕਾ ਰਹੇ ਹੋ ਅਗਲੇ ਨੂੰ, ਅਗਲੇ ਦਾ ਘਰ ਤੋੜਨ ਲਈ।
ਜਦ ਕਿ ਤੁਸੀਂ ਇਹ ਨਹੀਂ ਸਮਝਦੇ ਕਿ ਜਦੋਂ ਤੱਕ ਕੁੜੀ ਮਰ ਨਹੀਂ ਜਾਂਦੀ, ਉਹੀ ਗੱਲ ਆ ਗਈ ਨਾ ਜੀ, ਜਦੋਂ ਤੱਕ ਮਨਪ੍ਰੀਤ ਕੌਰ ਮਰ ਨਹੀਂ ਗਈ ਤਦੋਂ ਤੱਕ ਤੁਹਾਨੂੰ ਲੱਗਦਾ ਸੀ ਵੀ ਕੁੜੀ ਆਪਣੇ ਘਰ 'ਚ ਹੈ ਤਾਂ ਸੈਟਲਡ ਹੈ। ਉਹੀ ਅਗਰ ਅਸੀਂ ਪ੍ਰਾਇਰ ਇੱਕ ਦਿਨ ਪਹਿਲਾਂ ਸਟੈਪ ਲੈ ਲੈਂਦੇ ਕਿ ਨਹੀਂ ਬਈ ਉਸ ਧੀ ਨੂੰ ਅਸੀਂ ਕਹਿੰਦੇ ਚੱਲ ਵੀ ਥਾਣੇ ਚੱਲੀਏ ਤੇ ਇਸ ਮੈਟਰ ਦੇ ਅਗੇਂਸਟ ਆਵਾਜ਼ ਉਠਾਈਏ, ਆਪਣੇ ਹੱਕਾਂ ਲਈ ਲੜੀਏ, ਉਹੀ ਸਟੈਪ ਤੁਹਾਨੂੰ ਇੱਕ ਦਿਨ ਪਹਿਲਾਂ ਗਲਤ ਲੱਗਦਾ ਕਿ ਇਹਦੀ ਫਰੈਂਡ ਨੇ ਜਾਂ ਇਹਦੇ ਵਕੀਲ ਨੇ ਜਿਹੜਾ ਹੈ ਕੁੜੀ ਦਾ ਘਰ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਇਹ ਅਗੇਨ ਇਹ ਮਾਈਂਡਸੈਟ ਜਿਹੜਾ ਹੈ ਪੇਰੈਂਟਸ ਨੂੰ ਆਪਣੀ ਧੀਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਕਿ ਅਗਰ 8 ਸਾਲ ਹੋ ਗਏ ਹੈ ਯੂ ਆਰ ਟਰਾਈਂਗ ਟੂ ਐਡਜਸਟ, ਸਟਿਲ ਕੋਈ ਨਹੀਂ ਬਣ ਰਿਹਾ ਤਾਂ ਉਹ ਕਹਿੰਦੇ ਐਫਰਟਸ ਐਟ ਰੀਕਨਸੀਲੀਏਸ਼ਨ ਐਂਡ ਮੀਡੀਏਸ਼ਨ ਈਵਨ ਬਾਈ ਦੀ ਕੋਰਟਸ ਵਿਲ ਨਾਟ ਸਫਾਈਸ। ਸੋ ਅਗਰ ਇਹੀ ਅਸੀਂ ਪਲੀ ਲੈ ਲੈ ਕੇ ਆਪਣੀ ਧੀਆਂ ਨੂੰ ਘੁੱਟਦੇ ਹੋਏ ਦੇਖਦੇ ਰਵਾਂਗੇ ਤਾਂ ਦੀ ਕੋਈ ਸੋਲੂਸ਼ਨ ਨਹੀਂ ਨਿਕਲਣਾ। ਦੂਸਰੇ ਸਵਾਲ ਦਾ ਜਿਹੜਾ ਜਵਾਬ ਇਹ ਹੈ ਕਿ ਸੋਸ਼ਲ ਬॉयकॉट ਆਫ ਸੱਚ ਫੈਮਲੀਜ਼ ਸ਼ੁੱਡ ਬੀ ਡਨ। ਅਮਰੀਕਾ ਦੇ ਵਿੱਚ ਕੈਂਡਲ ਮਾਰਚ ਕੱਢਣ ਦੀ ਜਗ੍ਹਾ ਬਾਈ ਇੰਡੀਅਨ ਫੈਮਲੀਜ਼ ਦੇ ਸ਼ੁੱਡ ਬॉयकॉट ਸੱਚ ਫੈਮਲੀਜ਼, ਦੈਟ ਸ਼ੁੱਡ ਗਿਵ ਐਗਜ਼ਾਮਪਲ ਟੂ them ਕਿ ਵੀ ਇਹੋ ਜਿਹੀ ਫੈਮਲੀਜ਼ ਜਿਹੜੀਆਂ ਦੁਆਰਾ ਇੰਡੀਆ ਦਾ ਨਾਮ ਖਰਾਬ ਨਾ ਕਰਨ। ਅਮਰੀਕਾ ਦਾ ਨਾਮ ਖਰਾਬ ਨਹੀਂ ਹੋਇਆ ਜੀ, ਇੱਥੇ ਇੰਡੀਆ ਦਾ ਨਾਮ ਖਰਾਬ ਹੋਇਆ ਕਿਉਂਕਿ ਮਾਈਂਡਸੈਟ, ਕਲਚਰ, ਸਾਰਾ ਤੁਹਾਡਾ ਪੋਜ਼ਿਟਿਵ ਔਰ ਨੈਗੇਟਿਵ ਆਊਟਲੁੱਕ ਜਿਹੜਾ ਹੈ ਇੰਡੀਆ ਦੇ ਫੈਮਲੀਜ਼ ਤੇ ਉਹਨਾਂ ਦੇ ਲਾਈਫ ਸਟਾਈਲ ਨੂੰ ਰਿਫਲੈਕਟ ਕਰਦਾ ਕਿ ਆਲ ਦੇ ਵਾਂਟ ਇਜ਼ ਅ ਸਨ। ਫੋਰਨ ਕੰਟਰੀਜ਼ ਦੇਰ ਇਜ਼ ਨੋ ਕਨਸੈਪਟ ਆਫ ਸਨ, they all are equal, there is concept of equality, but in country like India only people are asking for sons। ਲੋਹੜੀ ਮਨਾਈ ਜਾਂਦੀ ਹੈ ਜੀ ਸਿਰਫ ਪੁੱਤਾਂ ਲਈ, ਇੱਥੇ ਤਾਂ ਡਾਟਰਸ ਦੀ ਲੋਹੜੀ ਵੀ ਨਹੀਂ ਮਨਾਈ ਜਾਂਦੀ। ਇੱਥੇ ਤਾਂ ਮੰਦਿਰਾਂ 'ਚ ਵੀ ਐਂਟਰੀ ਨਹੀਂ ਹੁੰਦੀ ਕਿ ਬਈ ਸੋ ਐਂਡ ਸੋ ਮੰਦਿਰਾਂ ਦੇ ਵਿੱਚ ਮੁੰਡੇ ਅਲਾਊਡ ਹੈ ਜੀ, ਕੁੜੀ ਮੱਥਾ ਵੀ ਨਹੀਂ ਟੇਕ ਸਕਦੀ। ਆਈ ਵਿਲ ਨਾਟ ਨੇਮ ਦੀ ਟੈਂਪਲ। ਸੋ ਇਸ ਤਰ੍ਹਾਂ ਜਿਹੜੀ ਇਹ ਸਾਰੀ ਰਿਸਟ੍ਰਿਕਸ਼ਨ ਹੈ ਸਾਡੇ, ਇਹ ਦੇ ਆਰ ਰਿਸਟ੍ਰਿਕਟਿਡ ਟੂ ਕੰਟਰੀ ਲਾਈਕ ਇੰਡੀਆ ਓਨਲੀ। ਸੋ ਇਹ ਸਾਡੇ ਇੰਡੀਆ ਦੇ ਉੱਤੇ ਸਟਿਗਮਾ ਲੱਗਿਆ ਜੀ, ਇਹ ਜਿਹੜਾ ਸੁਸਾਈਡ ਹੋਇਆ ਇਹ ਸਾਡੇ ਕੰਟਰੀ ਦਾ ਨਾਮ ਖਰਾਬ ਕੀਤਾ ਗਿਆ, ਔਰ ਉਹ ਵੀ ਇੰਡੀਪੈਂਡੈਂਸ ਡੇ ਤੋਂ ਕੁਝ ਦਿਨ ਪਹਿਲਾਂ। ਸੋ ਬੜੀ ਦੁਖੀ ਮਨ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰਨਾ ਚਾਹੀਦਾ, ਆਪਣੀ ਪੈਰੈਂਟਿੰਗ ਪੋਜ਼ਿਟਿਵ ਆਊਟਲੁੱਕ ਨੂੰ ਚੇਂਜ ਕਰਦੇ ਹੋਏ ਕੋਸ਼ਿਸ਼ ਕਰੋ ਜਿੱਥੇ ਤੱਕ ਸਾਡੀ ਧੀਆਂ ਬਚ ਸਕਣ। ਇੱਕ ਛੋਟਾ ਜਿਹਾ ਸਵਾਲ ਹੋਰ ਹੈ ਤੁਹਾਡੇ ਵਾਸਤੇ ਕਿ ਯੂਨੀਵਰਸਲ ਜਿਹੜਾ ਹਿਊਮਨ ਰਾਈਟਸ ਦਾ ਚਾਰਟਰ ਹੈ ਕੀ ਉਹ ਕਿਸੇ ਤਰ੍ਹਾਂ ਕੰਮ ਕਰੇਗਾ ਇਹਦੇ ਵਿੱਚ ਜਾਂ ਨਹੀਂ ਕਰੇਗਾ? ਦੇਖੋ ਦੀ ਮੈਗਨਾ ਕਾਰਟਾ ਆਫ ਹਿਊਮਨ ਰਾਈਟਸ ਸਾਡਾ ਮੰਨਿਆ ਜਾਂਦਾ UDHR, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ 1948। ਉਹਦੇ ਬੇਸ ਤੇ ਸਾਡੇ ਹਿਊਮਨ ਰਾਈਟਸ ਐਕਟ ਬਣੇ ਆ ਸਭ ਜਗ੍ਹਾ, ਜਿਹੜੇ ਵੀ ਕਨਵੈਨਸ਼ਨਸ ਟ੍ਰੀਟੀਜ਼ ਸਾਈਨ ਹੋਈਆਂ ਵਿਦ ਕੰਟਰੀਜ਼ ਉਹ ਸਾਰੇ UDHR ਹੀ ਮੈਗਨਾ ਕਾਰਟਾ ਸਾਡਾ ਮੰਨਿਆ ਜਾਂਦਾ ਕਿ ਗ੍ਰੈਂਡ ਨੋਰਮ ਐਂਡ ਫਾਊਂਡੇਸ਼ਨ ਆਫ ਆਲ ਦੀ ਹਿਊਮਨ ਰਾਈਟਸ ਜੂਰਿਸਪ੍ਰੂਡੈਂਸ। ਬਟ ਦੈਨ ਉਹਦੇ ਵਿੱਚ ਜਿਹੜੇ ਆਰਟੀਕਲਸ ਲਿਖੇ ਹੋਏ ਦੇ ਓਨਲੀ ਗਿਵ ਯੂ ਦੋਜ਼ ਥਿਓਰੈਟਿਕਲ ਕਨਸੈਪਟਸ ਕਿ there will be no discrimination on the basis of gender, everyone will be treated equally, but how to materialize it, how to execute it properly has to be done through your own laws, has to be done through your own execution, has to be done through your enforcement machinery। ਠੀਕ ਹੈ, ਪੁਲਿਸ ਕੋਲ ਜਾਓ, ਇੱਕ FIR ਦਾ ਪ੍ਰੋਸੀਜਰ ਹੈ, ਤੁਸੀਂ ਆਪਣੇ ਕੰਪਲੇਂਟ ਲਿਖ ਸਕਦੇ ਹੋ, ਰਿਟਨ 'ਚ ਦੇ ਕੇ ਆਓ ਆਪਣੀ ਦਰਖਾਸਤ, ਆਪਣਾ ਐਵੀਡੈਂਸ ਨਾਲ ਲਗਾਓ, ਮੈਡੀਕਲ ਕਰਾਓ ਉਸੇ ਟਾਈਮ ਅਗਰ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ, ਕਰੂਅਲਟੀ ਹੋਈ ਹੈ। ਇਹ ਸਭ ਜਿਹੜਾ ਮਸ਼ੀਨਰੀ ਸਾਨੂੰ ਦਿੱਤੀ ਗਈ ਸਾਡੀ ਹੈਲਪ ਲਈ ਦਿੱਤੀ ਗਈ ਹੈ। ਇਹ ਤਾਂ ਉਹ ਗੱਲ ਅਲੱਗ ਹੈ ਕਿ there is misuse of this law, we all know there are pros and cons of all the laws। ਅਸੀਂ ਖੁਦ ਜਾਣਦੇ ਹਾਂ ਕੁਝ ਲੇਡੀਜ਼ ਜਿਹੜਾ ਹੈ ਝੂਠਾ ਪਰਚੇ ਵੀ ਕਰਾ ਦਿੰਦੀਆਂ, ਬੜੇ ਸਾਰੇ ਹਸਬੈਂਡਸ ਵੀ ਇਹਦੇ ਤੋਂ ਦੇਖੋ ਸਫਰ ਕਰ ਰਹੇ, ਮੈਂ ਖੁਦ ਜਾਣਦੀ ਹਾਂ ਬੀਇੰਗ ਐਨ ਐਡਵੋਕੇਟ। ਲੇਕਿਨ ਕੁਝ ਦੇਖੋ ਇਹਦੇ ਦੇ ਜੈਨੂਇਨ ਕੇਸਿਸ ਸੀਗੇ ਜਿਹਦੇ ਵਿੱਚ ਇਸ ਲਾਅ ਦੀ ਲੋੜ ਸੀ। ਇਹ ਇੱਕ ਐਸਾ 498 ਹੈ ਜਿੱਦਾਂ ਮੈਂ ਐਗਜ਼ਾਮਪਲ ਦੇ ਰਹੀ ਹਾਂ ਸਾਡੇ ਕੰਟਰੀ ਦਾ, ਇਹ ਇੱਕ ਐਸਾ ਵੈਪਨ ਹੈ ਜਿਹਨੂੰ ਤੁਸੀਂ ਸਵੋਰਡ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੇ ਸ਼ੀਲਡ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ। ਸੋ ਅਗਰ ਤੁਸੀਂ ਜੈਨੂਇਨ ਜਿਹੜਾ ਹੈ ਤੁਹਾਡਾ ਗ੍ਰੀਵਿਆਂਸ ਹੈ ਉਹਦੇ ਵਿੱਚ ਤੁਸੀਂ ਡੈਫੀਨੇਟਲੀ ਅਪਰੋਚ ਕਰ ਸਕਦੇ ਹੋ ਟੂ ਦੀ ਲਾਅ ਇਨਫੋਰਸਮੈਂਟ ਮਸ਼ੀਨਰੀਜ਼, ਟੂ ਦੀ ਕੋਰਟਸ, ਕੰਪਲੇਂਟ ਦੇ ਸਕਦੇ ਹੋ ਮੈਜਿਸਟ੍ਰੇਟ ਨੂੰ ਤੁਹਾਡੇ ਨਾਲ ਕੀ ਹੋਇਆ। ਸੋ ਐਦਾਂ ਨਹੀਂ ਹੈ ਕਿ ਸਾਡੇ ਲਾਅ ਨਹੀਂ ਬਣਾਇਆ ਗਿਆ, ਲੇਕਿਨ ਉਹਨੂੰ ਕਿੱਦਾਂ ਮੁਕੰਮਲ ਤਰੀਕੇ ਨਾਲ ਅਸੀਂ ਉਹਨੂੰ ਅਪਣਾਈਏ, ਕਿੱਦਾਂ ਉਹਨੂੰ ਅਮਲ 'ਚ ਲੈ ਕੇ ਆਈਏ, ਦੈਟ ਇਜ਼ ਇੰਪੋਰਟੈਂਟ। ਇੱਕ ਚੀਜ਼ ਹੋਰ ਕਿ ਉਸ ਬੇਟੀ ਨੇ ਇੱਕ ਕੰਮ ਜ਼ਰੂਰ ਕੀਤਾ ਹੈ, ਆਪਣੀ ਵੀਡੀਓ ਪਾ ਕੇ ਉਹਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ, ਰੀਜ਼ਨਸ ਦਿੱਤੇ ਹੈ that in itself will prove a payment for stringent punishment for that family or not? That will be a substantive piece of evidence according to me। ਇਹ ਬਹੁਤ ਵੱਡਾ ਐਵੀਡੈਂਸ ਉਹਦੇ ਅਗੇਂਸਟ ਉਹਦੇ ਹਸਬੈਂਡ ਦੇ ਗਿਆ ਕਿ ਲੇਡੀ ਨੇ ਕਿੰਨੀ ਮਜਬੂਰ ਹੋ ਗਈ ਉਹ ਲੇਡੀ ਕਿ ਉਹਨੂੰ ਇਹ ਐਡਾ ਵੱਡਾ ਸਟੈਪ ਲੈਣਾ ਪਿਆ ਆਪਣੀ 2 ਡਾਟਰਸ ਨੂੰ ਛੱਡ ਕੇ। ਤੇ ਉਹ ਜਿਹੜੀ ਵੀਡੀਓ ਨੇ ਬਣਾਈ ਹੈ ਦੈਟ ਇਜ਼ ਟੋਟਲੀ ਆਥੈਂਟਿਕ ਐਂਡ ਜੈਨੂਇਨ, ਵਰਨਾ ਕਿਸੇ ਕੋਲ ਇੰਨੀ ਕਰੇਜ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ ਕਿ ਉਹ ਸੁਸਾਈਡ ਕਮਿਟ ਕਰ ਲੇ, ਸਲਫਾਸ ਦੀ ਗੋਲੀ ਖਾ ਲਵੇ, ਛੱਤ ਤੋਂ ਛਾਲ ਮਾਰ ਦੇਵੇ, ਪੱਖੇ ਨਾਲ ਲਟਕ ਜੇ। ਸੋ ਆਲ ਦਿਸ ਯੂ ਕੈਨ ਓਨਲੀ ਟਾਕ ਅਬਾਊਟ ਦਿਸ,
but you will not ever take this step unless until you are so helpless somewhere, you are so tortured by them, you are so humiliated by them every day that all you want to do is end your life. ਸੋ ਇਹ ਤਾਂ ਬਹੁਤ ਵੱਡਾ ਸਬਸਟੈਂਟਿਵ ਪੀਸ, ਬਹੁਤ ਇੰਪੋਰਟੈਂਟ ਪੀਸ ਆਫ ਐਵੀਡੈਂਸ ਮੰਨਿਆ ਜਾਏਗਾ ਜੀ। ਐਬਸੋਲੂਟਲੀ ਕਰੈਕਟ ਉਸ ਲੇਡੀ ਨੇ ਕੀਤਾ ਲਾਸਟ ਦੇ ਵਿੱਚ ਆ ਕੇ, ਬਟ ਉਹਨੂੰ ਆਪਣੀ ਜਾਨ ਨਹੀਂ ਦੇਣੀ ਚਾਹੀਦੀ ਸੀ। ਮੈਨੂੰ ਇਹ ਲੱਗਦਾ ਅਗਰ ਮੈਨੂੰ ਵੀ ਅੱਜ